ਇੱਕ ਵਾਰ ਦੀ ਗੱਲ ਹੈ ਕਿ ਇੱਕ ਮਹਾਤਮਾ ਇੱਕ ਜੰਗਲ ਵਿੱਚ ਇੱਕ ਨਦੀ ਦੇ ਕਿਨਾਰੇ ਆਪਣੀ ਕੁਟੀਆ ਵਿੱਚ ਰਹਿੰਦੇ ਸੀ। ਇੱਕ ਦਿਨ ਉਹ ਧਿਆਨ ਕਰ ਰਹੇ ਸੀ ਤਾਂ ਇੱਕ ਨੌਜਵਾਨ ਮੁੰਡਾ ਉਹਨਾਂ ਕੋਲ ਆਉਂਦਾ ਹੈ ਤੇ ਉਸ ਮਹਾਤਮਾ ਨੂੰ ਬੋਲਦਾ ਹੈ ਕਿ ਹੇ ਮਹਾਤਮਾ, ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ। ਮਹਾਤਮਾ ਬੋਲੇ, ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ? ਉਹ ਮੁੰਡਾ ਬੋਲਿਆ ਕਿ ਮੈਂ ਖੁਸ਼ ਤੇ ਚਿੰਤਾ ਮੁਕਤ ਜੀਵਨ ਕਿਵੇਂ ਜੀ ਸਕਦਾ। ਇਹ ਸੁਣ ਕੇ ਉਸ ਸਾਧੂ ਨੇ ਉਸ ਮੁੰਡੇ ਨੂੰ ਆਪਣੇ ਪਿੱਛੇ ਆਉਣ ਲਈ ਕਿਹਾ ਤੇ ਉਹ ਸਾਧੂ ਜੰਗਲ ਵੱਲ ਚੱਲ ਪਿਆ ਤੇ ਉਹ ਮੁੰਡਾ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਰਿਹਾ ਸੀ। ਰਸਤੇ ਵਿੱਚ ਉਹਨਾਂ ਨੂੰ ਇੱਕ ਗੋਲ ਪੱਥਰ ਦਿਖਾਈ ਦਿੱਤਾ। ਉਹ ਸਾਧੂ ਨੇ ਉਸ ਲੜਕੇ ਨੂੰ ਕਿਹਾ ਕਿ ਇਸ ਪੱਥਰ ਨੂੰ ਆਪਣੇ ਹੱਥ ਵਿੱਚ ਚੱਕ ਲੈ। ਉਸ ਲੜਕੇ ਨੇ ਅਜਿਹਾ ਹੀ ਕੀਤਾ। ਹੁਣ ਉਹ ਮਹਾਤਮਾ ਲਗਾਤਾਰ ਅੱਗੇ ਹੀ ਵਧਦੇ ਜਾ ਰਹੇ ਸੀ। ਕੁਝ ਦੂਰ ਚੱਲ ਕੇ ਹੀ ਉਸ ਮੁੰਡੇ ਦੇ ਹੱਥ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਉਹ ਬਿਨਾਂ ਕੁਝ ਬੋਲੇ ਮਹਾਤਮਾ ਦੇ ਪਿੱਛੇ ਪਿੱਛੇ ਚੱਲਦਾ ਹੀ ਰਿਹਾ, ਪਰ ਜਦੋਂ ਉਸ ਦੇ ਹੱਥ ਲਈ ਉਹ ਪੀੜ ਸਹਿਣੀ ਔਖੀ ਹੋ ਗਈ ਤਾਂ ਉਸਨੇ ਮਹਾਤਮਾ ਨੂੰ ਕਿਹਾ ਕਿ ਹੁਣ ਇਹ ਪੱਥਰ ਨੂੰ ਮੈਂ ਹੋਰ ਅੱਗੇ ਨਹੀਂ ਲੈ ਕੇ ਜਾ ਸਕਦਾ। ਇਸ ਦੇ ਭਾਰ ਦੀ ਵਜ੍ਹਾ ਨਾਲ ਮੇਰਾ ਪੂਰਾ ਹੱਥ ਦੁਖ ਰਿਹਾ ਹੈ। ਇਹ ਸੁਣ ਕੇ ਮਹਾਤਮਾ ਬੋਲੇ ਕਿ ਠੀਕ ਹੈ, ਤੂੰ ਇਸ ਪੱਥਰ ਨੂੰ ਥੱਲੇ ਰੱਖ ਸਕਦਾ ਹੈ। ਤਾਂ ਉਸਨੇ ਉਹ ਪੱਥਰ ਥੱਲੇ ਰੱਖ ਦਿੱਤਾ। ਹੁਣ ਉਸ ਨੂੰ ਕਾਫੀ ਆਰਾਮ ਮਹਿਸੂਸ ਹੋ ਰਿਹਾ ਸੀ, ਬੜਾ ਸਕੂਨ ਮਿਲ ਰਿਹਾ ਸੀ। ਪਰ ਉਹ ਮਹਾਤਮਾ ਹੁਣ ਵੀ ਤੇਜ਼ੀ ਨਾਲ ਜੰਗਲ ਵੱਲ ਹੀ ਵਧਦੇ ਜਾ ਰਹੇ ਸੀ। ਕੁਝ ਦੂਰ ਹੋਰ ਚੱਲਣ ਤੋਂ ਬਾਅਦ ਉਹਨਾਂ ਨੇ ਉਸ ਮੁੰਡੇ ਨੂੰ ਪੁੱਛਿਆ, ਹੁਣ ਤੂੰ ਕਿਵੇਂ ਦਾ ਮਹਿਸੂਸ ਕਰ ਰਿਹਾ ਹੈ? ਉਹ ਬੋਲਿਆ ਕਿ ਹੁਣ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ। ਉਸ ਪੱਥਰ ਨੂੰ ਥੱਲੇ ਰੱਖ ਦੇਣ ਨਾਲ ਮੈਨੂੰ ਬਹੁਤ ਆਰਾਮ ਮਿਲਿਆ। ਹੁਣ ਮੇਰੇ ਹੱਥ ਵਿੱਚ ਦਰਦ ਵੀ ਨਹੀਂ ਹੋ ਰਿਹਾ। ਇਹ ਸੁਣ ਕੇ ਉਹ ਮਹਾਤਮਾ ਉੱਥੇ ਹੀ ਰੁਕ ਗਏ ਤੇ ਥੋੜ੍ਹਾ ਗੰਭੀਰ ਹੋ ਕੇ ਬੋਲੇ ਕਿ ਬੇਟਾ, ਇਹੀ ਤਰੀਕਾ ਹੈ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ। ਇਸ ਤਰੀਕੇ ਨਾਲ ਸਾਰਾ ਜੀਵਨ ਖੁਸ਼ੀ-ਖੁਸ਼ੀ ਬਿਤਾਇਆ ਜਾ ਸਕਦਾ ਹੈ। ਪਰ ਉਸ ਮੁੰਡੇ ਨੂੰ ਉਸ ਮਹਾਤਮਾ ਦੀ ਕੋਈ ਗੱਲ ਸਮਝ ਨਹੀਂ ਆਈ। ਉਹ ਬੋਲਿਆ ਕਿ ਹੇ ਮਹਾਤਮਾ, ਮੈਨੂੰ ਕੁਝ ਵੀ ਸਮਝ ਨਹੀਂ ਆਇਆ, ਕਿਰਪਾ ਕਰਕੇ ਥੋੜ੍ਹਾ ਵਿਸਥਾਰ ਨਾਲ ਸਮਝਾਓ। ਇਹ ਸੁਣ ਕੇ ਉਹ ਮਹਾਤਮਾ ਥੋੜ੍ਹਾ ਮੁਸਕਰਾਏ ਤੇ ਬੋਲੇ, ਜਿਵੇਂ ਤੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦੇਖਦਾ ਹੋਵੇਗਾ ਕਿ ਲੋਕ ਹਮੇਸ਼ਾ ਹੀ ਚਿੰਤਾ ਰੂਪੀ ਪੱਥਰ ਆਪਣੇ ਦਿਲੋਂ ਦਿਮਾਗ ਨਾਲ ਉਠਾ ਕੇ ਰੱਖਦੇ ਨੇ ਤੇ ਬਸ ਉਹਨਾਂ ਨੂੰ ਹੀ ਚੱਕ ਕੇ ਘੁੰਮਦੇ ਰਹਿੰਦੇ ਨੇ। ਹੁਣ ਖੁਦ ਹੀ ਸੋਚੋ, ਐਸੇ ਲੋਕ ਖੁਸ਼ ਕਿਵੇਂ ਰਹਿ ਸਕਦੇ ਨੇ? ਇਸ ਲਈ ਜੇ ਵਾਕਈ ਤੂੰ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਮਨ ਤੋਂ ਉਹਨਾਂ ਸਾਰੀਆਂ ਫਿਕਰਾਂ ਨੂੰ ਲਾ ਕੇ ਸੁੱਟਣਾ ਹੋਵੇਗਾ ਜਿਹੜੀਆਂ ਤੈਨੂੰ ਦੁਖੀ ਕਰਦੀਆਂ ਨੇ। ਹੁਣ ਉਹ ਮੁੰਡਾ ਮਹਾਤਮਾ ਦੀਆਂ ਇਹਨਾਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕਿਆ ਸੀ। ਉਸਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਿਆ ਗਿਆ। ਜੇਕਰ ਅਸੀਂ ਵੀ ਆਪਣੀ ਜ਼ਿੰਦਗੀ ਦੀ ਤੁਲਨਾ ਕਰੀਏ ਤਾਂ ਸਾਡੀ ਹਾਲਤ ਵੀ ਉਸੇ ਨੌਜਵਾਨ ਵਰਗੀ ਹੀ ਹੈ। ਉਸਨੇ ਤਾਂ ਸਿਰਫ ਇੱਕ ਪੱਥਰ ਚੁੱਕਿਆ ਹੋਇਆ ਸੀ ਤੇ ਉਸ ਇੱਕ ਪੱਥਰ ਨੇ ਹੀ ਉਸ ਨੂੰ ਇੰਨਾ ਦੁੱਖ ਦਿੱਤਾ। ਪਰ ਅਸੀਂ ਆਪਣੇ ਅੰਦਰ ਪਤਾ ਨਹੀਂ ਕਿੰਨੇ ਪੱਥਰ ਚੁੱਕੇ ਹੋਏ ਨੇ। ਫਿਕਰਾਂ ਦੇ ਪੱਥਰ, ਉਦਾਸੀ ਦੇ ਪੱਥਰ, ਬੁਰੀਆਂ ਯਾਦਾਂ ਦੇ ਪੱਥਰ, ਰਿਸ਼ਤਿਆਂ ਵਿੱਚ ਕੁੜੱਤਣ ਦੇ ਪੱਥਰ। ਇਹ ਤਾਂ ਬਸ ਕੁਝ ਹੀ ਨਾਮ ਨੇ। ਪਤਾ ਨਹੀਂ ਐਸੇ ਕਿੰਨੇ ਪੱਥਰ ਅਸੀਂ ਆਪਣੇ ਅੰਦਰ ਸਾਲਾਂ ਤੋਂ ਸਮਾ ਰੱਖੇ ਨੇ ਤੇ ਇਸ ਭਾਰ ਨੂੰ ਅਸੀਂ ਬਸ ਵਾਰ-ਵਾਰ ਲਗਾਤਾਰ ਢੋਂਦੇ ਹੀ ਜਾ ਰਹੇ ਹਾਂ। ਫਿਰ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਅਸੀਂ ਖੁਸ਼ ਨਹੀਂ ਹਾਂ। ਜਦੋਂ ਤੱਕ ਇਹ ਵਜ਼ਨ ਅਸੀਂ ਚੱਕਿਆ ਹੋਇਆ ਹੈ, ਜਦੋਂ ਤੱਕ ਅਸੀਂ ਇਸ ਨੂੰ ਆਪਣੇ ਅੰਦਰੋਂ ਕੱਢ ਕੇ ਸੁੱਟ ਨਹੀਂ ਦਿੰਦੇ, ਅਸੀਂ ਕਿਵੇਂ ਖੁਸ਼ ਰਹਿ ਸਕਦੇ ਹਾਂ? ਸਾਡੇ ਪੱਲੇ ਸਿਰਫ ਦੁੱਖ ਹੋਣਗੇ ਤੇ ਇਕੱਲਾ ਕਰ ਦੇਣ ਵਾਲੀ ਉਦਾਸੀ ਹੋਵੇਗੀ। ਪਰ ਬਹੁਤੇ ਲੋਕ ਅਜਿਹਾ ਹੀ ਕਰਦੇ ਨੇ। ਉਹ ਕਦੇ ਵੀ ਇਹਨਾਂ ਚਿੰਤਾ ਰੂਪੀ ਪੱਥਰਾਂ ਨੂੰ ਬਾਹਰ ਹੀ ਨਹੀਂ ਕੱਢ ਪਾਉਂਦੇ। ਅੰਤ ਵਿੱਚ ਇੱਕ ਬੇਕਾਰ ਜਿਹੀ ਜ਼ਿੰਦਗੀ ਜੀ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਇਸ ਲਈ ਜੇ ਵਾਕਈ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਨਾ ਚਾਹੁੰਦੇ ਹੋ ਤਾਂ ਇਹਨਾਂ ਚਿੰਤਾਵਾਂ ਤੋਂ ਖੁਦ ਨੂੰ ਆਜ਼ਾਦ ਕਰਨਾ ਹੋਵੇਗਾ ਤੇ ਖੁਦ ਨੂੰ ਹਲਕਾ ਕਰਨਾ ਹੋਵੇਗਾ, ਕਿਉਂਕਿ ਚਿੰਤਾ ਕਰਨ ਨਾਲ ਕੁਝ ਵੀ ਨਵਾਂ ਨਹੀਂ ਵਾਪਰੇਗਾ। ਜੋ ਵੀ ਹੋਵੇਗਾ ਉਹ ਤੁਹਾਡੀ ਕੋਸ਼ਿਸ਼ ਤੇ ਮਿਹਨਤ ਨਾਲ ਹੀ ਹੋਵੇਗਾ। ਇਸ ਲਈ ਕੰਮ 'ਚ ਜੁਟਣ ਵਾਲੇ ਇਨਸਾਨ ਬਣੋ, ਨਾ ਕਿ ਚਿੰਤਾ ਕਰਨ ਵਾਲੇ। ਜੇਕਰ ਤੁਸੀਂ ਅਜਿਹਾ ਕਰਨ ਵਿੱਚ ਸਫਲ ਹੋ ਗਏ
ਤਾਂ ਤੁਸੀਂ ਇੱਕ ਖੁਸ਼ਨੁਮਾ ਤੇ ਸੰਤੁਸ਼ਟ ਜੀਵਨ ਜਿਉ ਸਕਦੇ ਹੋ। ਹਮੇਸ਼ਾ ਯਾਦ ਰੱਖੋ, ਜੇਕਰ ਤੁਸੀਂ ਕੁਝ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਪੰਜਾਬੀ ਅਲਫਾਜ਼ ਸੁਣ ਰਹੇ ਹੋ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ।